ਜਿਹੜੇ ਖਾਲੀ ਢੋਲ ਹੁੰਦੇ ਆ ਉਹ ਜ਼ਿਆਦਾ ਸ਼ੋਰ ਮਚਾਉਂਦੇ ਆ ਤੇ ਤੁਸੀਂ ਸੁਣਦੇ ਹੋ ਦੂਜਿਆਂ ਦਾ ਸ਼ੋਰ, ਪਰ ਉਹਨਾਂ ਦੇ ਵਿੱਚ ਹੈ ਨਹੀਂ ਮੁੱਦਾ, ਉਹਨਾਂ ਦੇ ਕੋਲੇ ਕੋਈ ਹੈ ਨਹੀਂ। ਜਦ ਕਿ ਸਿੱਖਾਂ ਨੂੰ ਇਨਸਾਫ ਹੀ ਨਹੀਂ ਦੇ ਸਕਦੀਆਂ ਕੋਈ ਵੀ ਪਾਰਟੀਆਂ, ਉਹ ਕਿਹੜੇ ਮੁੱਦੇ ਦੇ ਨਾਲ ਲੋਕਾਂ ਦੇ ਕੋਲੇ ਜਾਣਗੀਆਂ। ਜੇ ਮੈਂ ਇਹਨਾਂ ਦੀ ਕੰਪੀਟੀਸ਼ਨ 'ਚ ਆ ਗਿਆ ਤੇ ਮੈਂ ਫਿਰ ਕੀ ਕਹਿਣਾ ਪਊਗਾ ਮੈਨੂੰ ਫ੍ਰੀ ਬਿਜਲੀ ਤੋਂ ਹੋਰ ਵੀ ਫ੍ਰੀ ਦੇਣੀ ਪਊਗੀ। ਮੇਰਾ ਮਤਲਬ ਹੈ ਕਿ ਹੁਣ ਇੱਕ ਦੂਜੇ ਨਾਲ ਕਹੀ ਜਾਂਦੇ ਆ ਕਿ ਫ੍ਰੀ ਫ੍ਰੀ, ਫਿਰ ਅਸੀਂ ਕੀ ਕਹੀਏ ਕਿ ਅਸੀਂ ਤੁਹਾਡੇ ਨਾਲੋਂ ਵੀ ਇਹ ਫ੍ਰੀ ਦੇ ਦਾਂਗੇ? ਐਂ ਤਾਂ ਹੋ ਨਹੀਂ ਨਾ ਸਕਦਾ। ਸਰਕਾਰ ਕਿਵੇਂ ਚੱਲੂਗੀ? ਜਿਹੜੀ ਬਾਦਲ ਦਲ ਦੀ ਅਕਾਲੀ ਦਲ ਹੈ ਤੇ ਉਹਨਾਂ ਦੇ ਹੇਠ ਕਬਜ਼ੇ ਦੇ ਵਿੱਚ SGPC ਹੈ, ਇਹ ਸਾਡੇ ਮਜ਼ਹਬ ਦੀ ਰੱਖਿਆ ਨਹੀਂ ਕਰਦੀ ਹੈਗੀ। ਜੇ ਪਾਕਿਸਤਾਨ ਦੇ ਵਿੱਚ ਇੰਡੀਆ ਫੀਲ ਕਰਦਾ ਹੈ ਕਿ ਧਾਰਮਿਕ ਆਜ਼ਾਦੀ ਨਹੀਂ ਹੈ, ਤਾਂ ਫਿਰ ਸਾਡੇ ਬਾਰੇ, ਸਿੱਖਾਂ ਬਾਰੇ ਕੀ ਸਮਝਦਾ ਹੈ? ਔਰ ਸਭ ਤੋਂ ਮਾੜੀ ਗੱਲ ਹੈ ਕਿ ਜਿੱਥੇ ਕਾਂਗਰਸ ਸਰਕਾਰ ਇਨਸਾਫ ਨਹੀਂ ਕਰ ਰਹੀ, ਬਾਦਲ ਦਲੀਏ ਨਹੀਂ ਕਰ ਰਹੇ, ਦੂਸਰੇ ਪਾਸੇ ਜਿਹੜੀ ਹਾਈ ਕੋਰਟ ਹੈ ਉਹ ਵੀ ਸਾਨੂੰ ਇਨਸਾਫ ਨਹੀਂ ਦੇ ਰਹੀ। ਪਰ ਬਗੈਰ ਤਫਤੀਸ਼ ਤੋਂ ਜੱਜ ਸ਼ੇਖਵਤ ਨੂੰ ਕਿਵੇਂ ਪਤਾ ਲੱਗਿਆ ਕਿ ਸ਼ਕਾਵਤ ਨੂੰ ਕਿ ਇਹ ਕਿਵੇਂ ਪਤਾ ਲੱਗਿਆ ਕਿ ਉਹ ਤਫਤੀਸ਼ ਠੀਕ ਨਹੀਂ? ਕਿਉਂ ਕਰਕੇ ਤਫਤੀਸ਼ ਕਰਨਾ ਤਾਂ ਪੁਲਿਸ ਦਾ ਕੰਮ ਹੈ। ਜਦੋਂ ਤਫਤੀਸ਼ ਮੁੱਕ ਜਾਂਦੀ ਹੈ ਫਿਰ ਅਦਾਲਤ ਦੇ ਵਿੱਚ ਚਲਾਨ ਜਾਂਦਾ ਹੈ। ਉਸ ਤੋਂ ਬਾਅਦ ਅਦਾਲਤਾਂ ਉਹਦੇ 'ਤੇ ਟਿੱਪਣੀ ਕਰ ਸਕਦੀਆਂ ਕਿ ਇਹ ਚਲਾਨ ਠੀਕ ਹੈ ਕਿ ਨਹੀਂ ਹੈ, ਪਰ ਉਸ ਤੋਂ ਪਹਿਲਾਂ ਕਿਵੇਂ ਕਰ ਸਕਦੀਆਂ? ਤੇ ਅੱਜ ਸਭ ਤੋਂ ਵੱਡਾ ਮਸਲਾ ਹੈ ਕਿ ਸਿੱਖਾਂ ਨੂੰ ਇਨਸਾਫ ਸਾਡੇ ਮਜ਼ਹਬ ਦੇ ਬਾਰੇ ਤੇ ਸਾਡੀ ਸਿਆਸਤ ਦੇ ਬਾਰੇ ਮਿਲ ਨਹੀਂ ਰਿਹਾ। ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਤੇ SGPC ਹੈ, ਇਹ ਸਾਡੇ ਬਜ਼ੁਰਗਾਂ ਨੇ ਖੜੇ ਕੀਤੇ ਸੀ ਦੋਨੋਂ, ਕਿ ਸਿੱਖਾਂ ਦਾ ਜਿਹੜਾ ਮਜ਼ਹਬ ਹੈ ਤੇ ਸਿੱਖਾਂ ਦੀ ਜਿਹੜੀ ਸਿਆਸਤ ਹੈ ਉਸ ਨੂੰ ਪ੍ਰਗਟ ਕਰਨਗੇ। ਪਰ ਅੱਜ ਜਿਹੜੀ ਬਾਦਲ ਦਲ ਦੀ ਅਕਾਲੀ ਦਲ ਹੈ ਤੇ ਉਹਨਾਂ ਦੇ ਹੇਠ ਕਬਜ਼ੇ ਦੇ ਵਿੱਚ SGPC ਹੈ, ਇਹ ਸਾਡੇ ਮਜ਼ਹਬ ਦੀ ਰੱਖਿਆ ਨਹੀਂ ਕਰਦੀ ਹੈਗੀ। ਔਰ ਨਾ ਹੀ ਇੰਡੀਆ ਦੇ ਵਿੱਚ ਸਾਨੂੰ ਰਿਲੀਜੀਅਸ ਫਰੀਡਮ ਹੈਗੀ ਹੈ। ਹੁਣ ਤੁਸੀਂ ਦੇਖੋ ਕਿ ਪਾਕਿਸਤਾਨ ਦੇ ਪਹਾੜ ਵਾਲੇ ਪਾਸੇ 'ਚ ਇੱਕ ਸ਼ਹਿਰ ਗਣੇਸ਼ ਜੀ ਦਾ ਮੰਦਰ ਢਾਤ ਹੈ, ਬੁੱਤ ਢਾਤੇ ਹੈ, ਤੇ ਇੰਡੀਆ ਦੀ ਮੋਦੀ ਦੀ ਸਰਕਾਰ ਨੇ ਪਾਕਿਸਤਾਨ ਦਾ ਸਫੀਰ ਜਿਹੜਾ ਦਿੱਲੀ ਲੱਗਿਆ ਹੋਇਆ ਹੈ, ਉਸ ਨੂੰ ਫੋਰਨ ਆਫਿਸ, ਵਿਦੇਸ਼ੀ ਮਾਮਲਿਆਂ ਦੇ ਦਫ਼ਤਰ ਦੇ ਵਿੱਚ ਬੁਲਾ ਕੇ ਉਹਨੂੰ ਕਿਹਾ ਕਿ ਪਾਕਿਸਤਾਨ ਦੇ ਵਿੱਚ ਰਿਲੀਜੀਅਸ ਫਰੀਡਮ, ਧਾਰਮਿਕ ਆਜ਼ਾਦੀ ਨਹੀਂ ਹੈ। ਮੈਂ ਪੁੱਛਣਾ ਚਾਹੁੰਦਾ ਕਿ ਫਿਰ ਜੇ ਪਾਕਿਸਤਾਨ ਦੇ ਵਿੱਚ ਇੰਡੀਆ ਫੀਲ ਕਰਦਾ ਹੈ ਕਿ ਧਾਰਮਿਕ ਆਜ਼ਾਦੀ ਨਹੀਂ ਹੈ, ਤਾਂ ਫਿਰ ਸਾਡੇ ਬਾਰੇ, ਸਿੱਖਾਂ ਬਾਰੇ ਕੀ ਸਮਝਦਾ ਹੈ? ਕਿ ਬਲੂ ਸਟਾਰ ਦਾ ਜਿਹੜਾ ਹੋਇਆ, ਉਸ ਤੋਂ ਬਾਅਦ ਜਿਹੜਾ ਨਸਲਕੁਸ਼ੀ ਰਾਜੀਵ ਗਾਂਧੀ ਨੇ ਕੀਤੀ, ਇਹ ਬਹੁਤ ਗੱਲਾਂ ਹੈਗੀਆਂ ਜਿਹੜਾ ਸਿੱਖਾਂ ਨੂੰ
ਇਨਸਾਫ ਨਹੀਂ ਮਿਲ ਰਿਹਾ ਅਤੇ ਮੌਜੂਦਾ 6 ਸਾਲ ਹੋ ਗਏ ਆ ਬਰਗਾੜੀ ਦੇ, ਜਿੱਥੇ ਮਹਾਰਾਜ ਦੀ ਬੇਅਦਬੀ ਕੀਤੀ ਹੈ, ਉਹਨਾਂ ਦੀ ਅਜ਼ਮਤ ਨਹੀਂ ਰੱਖੀ ਹੈਗੀ, ਅਤੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਔਰ ਸਭ ਤੋਂ ਮਾੜੀ ਗੱਲ ਹੈ ਕਿ ਜਿੱਥੇ ਕਾਂਗਰਸ ਸਰਕਾਰ ਇਨਸਾਫ ਨਹੀਂ ਕਰ ਰਹੀ, ਬਾਦਲ ਦਲੀਏ ਨਹੀਂ ਕਰ ਰਹੇ, ਦੂਸਰੇ ਪਾਸੇ ਜਿਹੜੀ ਹਾਈ ਕੋਰਟ ਹੈ ਉਹ ਵੀ ਸਾਨੂੰ ਇਨਸਾਫ ਨਹੀਂ ਦੇ ਰਹੀ। ਜਿਹੜੀ ਪਹਿਲੀ ਤਫਤੀਸ਼ ਸੀ SIT ਦੀ, ਉਹ ਜਸਟਿਸ ਸ਼ੇਖਾਵਤ ਜੀ ਨੇ ਰੱਦ ਕਰਤੀ ਹੈ, ਜਿਹਦੇ ਵਿੱਚ ਬਾਦਲ ਅਤੇ ਸੁਖਬੀਰ ਅਤੇ ਸਰਸੇਵਾਲਾ ਰਾਮ ਰਹੀਮ ਮੁਲਜ਼ਮ ਉਹਨਾਂ ਨੇ ਸਾਬਤ ਕਰਤੇ ਸੀਗੇ। ਪਰ ਬਗੈਰ ਤਫਤੀਸ਼ ਤੋਂ ਜੱਜ ਸ਼ੇਖਾਵਤ ਨੂੰ ਕਿਵੇਂ ਪਤਾ ਲੱਗਿਆ ਕਿ ਸ਼ੇਖਾਵਤ ਨੂੰ ਕਿ ਇਹ ਕਿਵੇਂ ਪਤਾ ਲੱਗਿਆ ਕਿ ਉਹ ਤਫਤੀਸ਼ ਠੀਕ ਨਹੀਂ, ਕਿਉਂ ਕਰਕੇ ਤਫਤੀਸ਼ ਕਰਨਾ ਤਾਂ ਪੁਲਿਸ ਦਾ ਕੰਮ ਹੈ। ਜਦੋਂ ਤਫਤੀਸ਼ ਮੁੱਕ ਜਾਂਦੀ ਹੈ ਫਿਰ ਅਦਾਲਤ ਦੇ ਵਿੱਚ ਚਲਾਨ ਜਾਂਦਾ ਹੈ। ਉਸ ਤੋਂ ਬਾਅਦ ਅਦਾਲਤਾਂ ਉਹਦੇ 'ਤੇ ਟਿੱਪਣੀ ਕਰ ਸਕਦੀਆਂ ਕਿ ਇਹ ਚਲਾਨ ਠੀਕ ਹੈ ਕਿ ਨਹੀਂ ਹੈ, ਪਰ ਉਸ ਤੋਂ ਪਹਿਲਾਂ ਕਿਵੇਂ ਕਰ ਸਕਦੀਆਂ? ਹੁਣ ਇਹ ਸਾਡੀ ਜੁਡੀਸ਼ਰੀ ਦਾ ਰਿਵਾਜ ਹੀ ਪੈ ਗਿਆ ਹੈ। ਸੁਪਰੀਮ ਕੋਰਟ ਦਾ ਚੀਫ ਜਸਟਿਸ ਗੋਗੋਈ, ਉਹਨਾਂ ਦੇ ਤਲਕਾਤ ਨਜਾਇਜ਼ ਇੱਕ ਬੀਬੀ ਜਿਹੜੀ ਉਹਨਾਂ ਦੇ ਕੰਮ ਕਰਦੀ ਸੀ ਉਹਦੇ ਨਾਲ ਪੈਦਾ ਹੋ ਗਏ। ਉਸ ਨੇ ਪੁਲਿਸ ਨੂੰ ਰਿਪੋਰਟ ਕੀਤੀ ਜਿੱਥੇ ਤਫਤੀਸ਼ ਹੁੰਦੀ ਹੈ ਕਾਨੂੰਨੀ ਤੌਰ 'ਤੇ, ਪਰ ਸੁਪਰੀਮ ਕੋਰਟ ਨੇ ਉਹਦਾ ਜਿਹੜੀ ਸ਼ਿਕਾਇਤ ਸੀ ਇੱਕ ਆਪਣੀ ਸੁਪਰੀਮ ਕੋਰਟ ਦੇ ਜੱਜਾਂ ਦੀ ਬਣਾ ਕੇ ਅਤੇ ਉੱਥੇ ਫੈਸਲਾ ਕੀਤਾ। ਬੀਬੀ ਨੂੰ ਬੁਲਾਇਆ ਨਹੀਂ। ਬੀਬੀ ਕਹਿੰਦੀ ਜੇ ਮੈਨੂੰ ਬੁਲਾਉਣਾ ਹੈ ਮੇਰੇ ਵਕੀਲ ਨੂੰ ਵੀ ਬੁਲਾਓ। ਹੁਣ ਜਿਹੜੀ ਧਾਰਾ 21 ਹੈ ਕੌਂਸਟੀਟਿਊਸ਼ਨ ਦੀ, ਉਹ ਸਾਨੂੰ ਹੱਕ ਦਿੰਦੀ ਹੈ ਕਿ ਆਪਣੇ ਪਸੰਦ ਦਾ ਜਦੋਂ ਸਾਡੇ 'ਤੇ ਕੇਸ ਬਣੇ ਅਸੀਂ ਆਪਣੇ ਪਸੰਦ ਦਾ ਵਕੀਲ ਕਰ ਸਕਦੇ ਹਾਂ। ਸੋ ਮੇਰਾ ਮਤਲਬ ਹੈ ਕਿ ਇਹ ਸ਼ੇਖਾਵਤ ਜੀ ਨੇ ਬਾਦਲ ਨੂੰ ਬਚਾਉਣ ਦੇ ਲਈ, ਕਿਉਂ ਕਰਕੇ ਜਦੋਂ ਚੌਟਾਲਾ ਸਾਹਿਬ ਹਰਿਆਣੇ ਦੇ ਚੀਫ ਮਿਨਿਸਟਰ ਸੀਗੇ, ਇਹ ਸ਼ੇਖਾਵਤ ਐਡਵੋਕੇਟ ਜਨਰਲ ਹਰਿਆਣੇ ਦੇ ਵਿੱਚ ਇੱਕ ਵਕੀਲ ਸੀਗਾ, ਉਹਦੇ ਨਾਲ ਯਾਰਾਨਾ ਹੋ ਕੇ ਚੌਟਾਲਾ ਸਾਹਿਬ ਦੇ ਨਾਲ ਇਹ ਹਾਈ ਕੋਰਟ ਨੇ ਫੈਸਲਾ ਇਹ ਸਾਰੀ ਤਫਤੀਸ਼ ਹੀ ਰੱਦ ਕਰਤੀ ਹੈਗੀ ਹੈ। ਹੁਣ ਦੂਜਾ ਫੈਸਲਾ ਹੋਇਆ ਇਹ ਆ ਜਿਹੜਾ ਨਵਾਂ ਅਵਨੀਸ਼ ਜਿੰਜਣ ਹੈ ਵਕੀਲ, ਉਹਨੇ 4-5 ਦਿਨ ਪਹਿਲਾਂ ਫੈਸਲਾ ਕਰਤਾ ਕਿ ਜੇ ਸਮੇਤ ਸੈਣੀ ਜਿਹਨੇ ਸੈਂਕੜੇ ਸਿੱਖ ਮਾਰੇ ਹੈ ਅਤੇ ਉਹਨਾਂ ਨੂੰ ਤਸੀਹੇ ਦਿੱਤੇ ਹੈ, ਜੇ ਉਹਨੂੰ ਗ੍ਰਿਫਤਾਰ ਪੁਲਿਸ ਨੇ ਕਰਨਾ ਹੈ ਅਤੇ 7 ਦਿਨ ਦਾ ਨੋਟਿਸ ਸਮੇਤ ਸੈਣੀ ਨੂੰ ਦਿੱਤਾ ਜਾਏ, ਜਿਹਦੇ ਵਿੱਚ ਸੈਣੀ ਆਪਣੀ ਬੇਲ ਦਾ ਪ੍ਰਬੰਧ ਕਰ ਲਏ ਅਤੇ ਸਾਰਾ ਕੁਛ। ਹੁਣ ਮੈਂ ਪ੍ਰੈਸ ਨੂੰ ਅਤੇ ਦੁਨੀਆ ਨੂੰ ਪੁੱਛਦਾ ਕਿ ਸਮੇਤ ਸੈਣੀ ਜਦੋਂ ਸਿੱਖਾਂ ਨੂੰ ਮਾਰਦਾ ਸੀ ਜਾਂ ਟੌਰਚਰ ਕਰਦਾ ਸੀ, ਤਸੀਹੇ ਦਿੰਦਾ ਸੀ, ਉਹ ਕਿਸੇ ਨੂੰ ਅਮੋਲਤ ਦਿੰਦਾ ਸੀਗਾ ਟੌਰਚਰ ਜਾਂ ਮਾਰਨ ਤੋਂ ਪਹਿਲਾਂ ਕਿ ਭਾਈ ਤੂੰ ਆਪਣਾ ਇਹ ਬੰਦੋਬਸਤ ਕਰ ਲੈ, ਤੈਨੂੰ ਮੈਂ ਮਾਰ ਦੇਣਾ। ਸੋ ਜਦੋਂ ਹਾਈ ਕੋਰਟ ਵੀ ਉਲਟ ਫੈਸਲੇ ਕਰ ਰਹੀ ਹੈ ਸਿੱਖਾਂ ਦੇ, ਸਾਡਾ ਮਾਣ ਹੋਇਆ ਬਰਗਾੜੀ ਦੇ ਵਿੱਚ ਸਰਸੇਵਾਲੇ ਸਾਧ ਰਾਮ ਰਹੀਮ ਨੂੰ ਵੋਟ ਬਚਾਉਣ ਦੇ ਲਈ, ਸੁਖਬੀਰ ਸਿੰਘ ਅਤੇ ਬਾਦਲ ਸਾਹਿਬ ਨੂੰ ਬਚਾਉਣ ਦੇ ਲਈ ਹਾਈ ਕੋਰਟ ਤੋਂ ਸਾਨੂੰ ਇਨਸਾਫ ਹੀ ਨਹੀਂ ਮਿਲ ਰਿਹਾ। ਹੁਣ ਸਿੱਖ ਕਿੱਥੇ ਜਾਣ? ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਿਆ, ਬੜੀ ਬਿਆਨਬਾਜ਼ੀ ਕੀਤੀ ਸਿੱਧੂ ਨੇ। ਤੁਹਾਨੂੰ ਲੱਗਦਾ ਕਿ ਪ੍ਰਧਾਨ ਬਣਨ ਦੇ ਬਾਅਦ ਵੀ ਹੁਣ ਇਨਸਾਫ ਦਵਾ ਸਕਣਗੇ ਸਿੱਖਾਂ ਨੂੰ? ਅਜੇ ਤੱਕ ਤਾਂ ਦਵਾਇਆ ਨਹੀਂ। ਕੱਲ੍ਹ ਸਾਡਾ ਬਹੁਤ ਵੱਡਾ ਇੱਕ ਫੰਕਸ਼ਨ ਹੈ ਬਰਗਾੜੀ ਦੇ ਵਿੱਚ, ਬਹੁਤ ਵੱਡਾ ਇਕੱਠ ਸੱਦਿਆ ਹੋਇਆ ਹੈ ਅਤੇ ਸਿੱਧੂ ਸਾਹਿਬ ਨੂੰ ਕਾਫੀ ਦਿਨ ਹੋ ਗਏ ਹੈ ਅਤੇ ਚੀਫ ਮਿਨਿਸਟਰ ਸਾਹਿਬ ਨੇ ਵੀ ਗੁਟਕਾ ਚੱਕ ਕੇ ਸਹੁੰ ਚੱਕੀ ਸੀਗੀ ਕਿ ਅਸੀਂ ਪਹਿਲਾ ਕੰਮ ਕਰਾਂਗੇ
ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਾਂਗੇ। ਸੋ ਇਹ ਤਾਂ ਅਜੇ ਹਵਾ ਦੇ ਵਿੱਚ ਗੱਲਾਂ ਹੈਗੀਆਂ। ਪੱਕੀ ਗੱਲ ਨਾ ਤਾਂ ਚੀਫ ਮਿਨਿਸਟਰ ਕਰ ਰਹੀ ਹੈ, ਨਾ ਸਿੱਧੂ ਸਾਹਿਬ ਕਰ ਰਹੇ ਹੈ, ਨਾ ਹੋਰ ਕੋਈ ਕਰ ਸਕਦੇ ਹੈ। ਅਤੇ ਬਾਦਲ ਹੋਣੀ ਅਤੇ ਆਮ ਆਦਮੀ ਪਾਰਟੀ ਮਜ਼ਾ ਦੇਖ ਰਹੀ ਹੈ ਕਿ ਕਿਵੇਂ ਗੱਲ ਚੱਲ ਰਹੀ ਹੈ। ਅਤੇ ਜਦੋਂ ਜੱਜ ਹੀ ਉਹਨਾਂ ਨੂੰ ਬਚਾਈ ਜਾਂਦੇ ਹੈ ਤਾਂ ਸਿੱਧੂ ਅਤੇ ਰਾਜਾ ਸਾਹਿਬ ਉਹ ਵੀ ਬਚਾਈ ਜਾਂਦੇ। ਅਸੀਂ ਜਾਈਏ ਕਿੱਥੇ, ਕਿਹਦੇ ਕੋਲੇ ਜਾਈਏ? ਬੇਅਦਬੀ ਦੇ ਮਾਮਲੇ 'ਚ ਤੁਸੀਂ ਕਿਹੜੀ ਪਾਰਟੀ ਨੂੰ ਜ਼ਿੰਮੇਵਾਰ ਸਮਝਦੇ ਹੋ ਕਿ ਇਹਨਾਂ ਨੂੰ? ਇਹ ਤਾਂ ਤੁਹਾਨੂੰ ਦੱਸ ਹੀ ਦਿੱਤਾ। ਇੱਕ ਤਾਂ ਰਾਮ ਰਹੀਮ ਹੈ ਸਰਸੇਵਾਲਾ, ਇੱਕ ਸੈਣੀ ਹੈ, ਇੱਕ ਸੁਖਬੀਰ ਹੈ, ਇੱਕ ਬਾਦਲ ਸਾਹਿਬ ਹੈਗੇ ਆ। ਇਹ 4 ਮੁਲਜ਼ਮ ਹੈ। ਇਹਨਾਂ ਨੂੰ ਫੜਨ ਦੇ ਵਿੱਚ ਅਤੇ ਇਹਨਾਂ ਦਾ ਚਲਾਨ ਕਰਨ ਦੇ ਵਿੱਚ, ਜਦੋਂ ਚਲਾਨ ਹੋ ਜਾਏ ਫਿਰ ਹਾਈ ਕੋਰਟ ਉਹਦੇ ਉੱਤੇ ਟਿੱਪਣੀ ਕਰ ਸਕਦੀ ਹੈ। ਪਰ ਜਦੋਂ ਚਲਾਨ ਹੀ ਨਹੀਂ ਹੋਇਆ, ਸ਼ਕਾਵਤ ਨੇ ਪਹਿਲਾਂ ਹੀ ਕਹਿਤਾ ਕਿ ਬਾਦਲ ਸਾਹਿਬ ਨੂੰ ਕਿਵੇਂ ਤੁਸੀਂ ਇਹ FIR ਜਾਂ ਤਫਤੀਸ਼ ਦੇ ਵਿੱਚ ਲੈ ਕੇ ਆ ਸਕਦੇ ਹੋ। ਇਹ ਤਾਂ ਸਾਡੀ ਕੌਮ ਦੇ ਉੱਤੇ ਬਹੁਤ ਜ਼ੁਲਮ ਹੈ। ਹੁਣ ਪਾਕਿਸਤਾਨ ਦੇ ਵਿੱਚ ਉੱਥੇ ਮੰਦਰ ਜਿਹੜਾ ਗਣੇਸ਼ ਜੀ ਦਾ ਹੈ, ਉਸ ਨੂੰ ਢਾਇਆ ਗਿਆ ਭੀੜ ਨੇ। ਬਹੁਤ ਅਫਸੋਸ ਦੀ ਗੱਲ ਹੈ। ਪਰ ਇੰਡੀਆ ਦੇ ਫੋਰਨ ਆਫਿਸ ਨੇ ਪਾਕਿਸਤਾਨ ਦਾ ਜਿਹੜਾ ਸਫੀਰ ਹੈ ਉਸ ਨੂੰ ਤਲਬ ਕਰ ਲਿਆ ਕਿ ਤੁਹਾਡੇ ਮੁਲਕ ਦੇ ਵਿੱਚ ਧਾਰਮਿਕ ਆਜ਼ਾਦੀ ਹੀ ਨਹੀਂ ਹੈ। ਹੁਣ ਜੇ ਉੱਥੇ ਧਾਰਮਿਕ ਆਜ਼ਾਦੀ ਨਹੀਂ ਹੈ, ਮੈਂ ਪੁੱਛਦਾ ਇੰਡੀਆ ਦੇ ਵਿੱਚ ਹੈਗੀ ਹੈ ਕਿ 6 ਸਾਲ ਤੋਂ ਸਾਡਾ ਜਿਹੜਾ ਹੱਕ ਹੈ ਇਨਸਾਫ ਲੈਣ ਦਾ, ਉਹ ਹੀ ਸਾਨੂੰ ਨਹੀਂ ਮਿਲ ਰਿਹਾ। ਕੇਂਦਰ ਸਰਕਾਰ ਦੀ ਤੇ ਬਾਦਲ ਦੀ ਸਾਂਝ ਟੁੱਟ ਗਈ ਹੈ। ਤੁਹਾਨੂੰ ਲੱਗਦਾ ਕਿ ਲੋਕ ਕਹਿ ਰਹੇ ਕਿ ਇੱਕੋ ਹੀ ਹੈ ਹਜੇ ਵੀ? ਕੌਣ? ਕੇਂਦਰ ਸਰਕਾਰ ਤੇ ਬਾਦਲ ਸ਼੍ਰੋਮਣੀ ਅਕਾਲੀ ਦਲ। ਇਹ ਤਾਂ ਦੇਖੋ, ਜਿਹੜੇ ਹਿੰਦੁੱਤਵਾ ਦੇ ਲੋਕ ਹੈ ਉਹ ਤਾਂ ਇੱਕੋ ਹੀ ਹੁੰਦੇ ਹੈ। ਬਾਦਲ ਸਾਹਿਬ ਅਤੇ BJP RSS ਇੱਕ ਦੂਜੇ ਨੂੰ ਛੱਡ ਨਹੀਂ ਸਕਦੇ ਹੈਗੇ। ਜਿਨ੍ਹਾਂ ਨੇ ਇਹ ਬੁੱਤ ਪੂਜਾ ਕੀਤੀ ਹੋਵੇ, ਜਿਨ੍ਹਾਂ ਨੇ ਇਹ ਕਈ ਕੰਮ ਕੀਤੇ, ਹਵਨ ਕੀਤੇ ਹੋਏ ਹੈ, ਹੁਣ ਇਹ ਤਾਂ ਨਹੀਂ ਨਾ ਟੁੱਟ ਸਕਦਾ। ਸਰ, ਆਉਣ ਵਾਲੇ ਵਿਧਾਨ ਸਭਾ ਦੇ ਚੋਣਾਂ ਬਾਰੇ ਕੋਈ ਤਿਆਰੀ? ਸਾਡੀ ਪੂਰੀ ਤਿਆਰੀ ਹੈ ਜੀ। ਅਸੀਂ ਸ਼ੋਰ ਨਹੀਂ ਮਚਾ ਰਹੇ। ਜਿਵੇਂ ਜ਼ਿਆਦਾ ਪਾਰਟੀਆਂ ਕਰਦੀਆਂ, ਸਾਡੀ ਵਿੱਚੋਂ ਸਾਰੇ ਪਾਸੇ ਤਿਆਰੀ ਹੋ ਰਹੀ ਹੈ। ਜਿਹੜੇ ਖਾਲੀ ਢੋਲ ਹੁੰਦੇ ਆ ਉਹ ਜ਼ਿਆਦਾ ਸ਼ੋਰ ਮਚਾਉਂਦੇ ਹੈ ਅਤੇ ਤੁਸੀਂ ਸੁਣਦੇ ਹੋ ਦੂਜਿਆਂ ਦਾ ਸ਼ੋਰ, ਪਰ ਉਹਨਾਂ ਦੇ ਵਿੱਚ ਹੈ ਨਹੀਂ ਮੁੱਦਾ, ਉਹਨਾਂ ਦੇ ਕੋਲ ਕੋਈ ਹੈ ਨਹੀਂ। ਜਦ ਕਿ ਸਿੱਖਾਂ ਨੂੰ ਇਨਸਾਫ ਹੀ ਨਹੀਂ ਦੇ ਸਕਦੀਆਂ ਕੋਈ ਵੀ ਪਾਰਟੀਆਂ। ਉਹ ਕਿਹੜੇ ਮੁੱਦੇ ਦੇ ਨਾਲ ਲੋਕਾਂ ਦੇ ਕੋਲੇ ਜਾਣਗੀਆਂ? ਕਿਹੜੇ ਮੁੱਦੇ ਦੇ ਨਾਲ ਕਿਸਾਨਾਂ ਕੋਲੇ ਜਾਣਗੀਆਂ? ਕਿਸਾਨ 7-8 ਮਹੀਨਿਆਂ ਤੋਂ ਦਿੱਲੀ ਬੈਠੇ ਹੈ, 500 ਉਹਨਾਂ ਦੇ ਵਿੱਚੋਂ ਪੂਰੇ ਹੋ ਚੁੱਕੇ ਹੈ ਅਤੇ ਉਹਨਾਂ ਦਾ ਮਸਲਾ ਹੈਗਾ। ਅਤੇ ਕੋਈ ਵੀ BJP RSS ਨੂੰ ਕਿਸੇ ਪਿੰਡ ਦੇ ਵਿੱਚ ਨਹੀਂ ਵੜਨ ਦਿੰਦਾ। ਅਤੇ ਆਪਣੇ ਦਾਦੂਵਾਲ ਸਾਹਿਬ ਨੇ ਬੜੇ ਵੱਡੇ ਬੰਦੇ ਬੁਲਾ ਲਏ ਅਤੇ ਤੁਸੀਂ ਦੇਖਿਓ ਕਿਵੇਂ ਇਹ ਉੱਥੇ ਸਾਰੇ ਪੰਜਾਬ ਦੇ ਵਿੱਚ ਰੌਲਾ ਮੱਚ ਗਿਆ ਕਿ ਇਹ ਕੀ ਕੀਤਾ। ਸੋ ਜਦੋਂ ਲੋਕ ਖਿਲਾਫ ਹੋਏ ਪਏ ਹੈ ਇਹਨਾਂ ਪਾਰਟੀਆਂ ਤੋਂ, ਫਿਰ ਇਹ ਜਿਹੜੀਆਂ ਪਾਰਟੀਆਂ ਰੌਲਾ ਪਾ ਰਹੀਆਂ, ਇਹ ਤਾਂ ਢੋਲ ਨੇ ਖਾਲੀ ਹੋਏ ਐਵੇਂ ਰੌਲਾ ਪਾਈ ਜਾਂਦੇ। ਮੁੱਦਾ ਤਾਂ ਇਹਨਾਂ ਦੇ ਕੋਲ ਕੋਈ ਹੈ ਨਹੀਂ। ਨਾ ਤਾਂ ਇਹਨਾਂ ਨੇ ਕੋਈ ਬਿਆਨ ਦਿੱਤਾ ਕਿ ਲੱਦਾਖ ਦੇ ਵਿੱਚ 800 ਕਿਲੋਮੀਟਰ ਜ਼ਮੀਨ ਚੀਨ ਨੇ ਫਿਰ ਫਤਿਹ ਕਰ ਲਈ ਹੈ। ਹੁਣ ਇਹ ਬਹੁਤ ਬੇਸ਼ਰਮੀ ਦੀ ਗੱਲ ਹੈ ਇੰਡੀਆ ਦੇ ਲਈ, ਹਿੰਦੁੱਤਵਾ ਦੇ ਲਈ, ਕਿ ਦੂਜੀ ਵਾਰੀ ਚੀਨ ਨੇ ਲੱਦਾਖ ਦੇ ਵਿੱਚ ਆ ਕੇ ਲੱਦਾਖ ਦੀ ਧਰਤੀ ਫਤਿਹ ਕਰ ਲਈ ਹੈ। ਪਹਿਲਾਂ 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਇਹਨਾਂ ਨੇ ਨੱਪ ਲਈ ਸੀਗੀ। ਉਦੋਂ ਦੇ ਚੁੱਪ ਹੈ। ਹੁਣ ਜਿਹੜੀ ਪਿਛਲੇ ਸਾਲ 2020 ਤੋਂ ਬਾਅਦ, ਇਹ April ਤੋਂ ਬਾਅਦ ਜਿੰਨੀ ਜ਼ਮੀਨ ਨੱਪੀ ਹੈ, ਕੋਈ ਬੋਲਦਾ ਹੀ ਨਹੀਂ। ਇਹ ਅਣਖ ਦਾ ਮਸਲਾ ਹੈ ਅਤੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਚੱਕੀ ਹੋਈ ਨਹੀਂ ਗਈ। ਇਹਦਾ ਮਤਲਬ ਹੈ ਕਿ ਜਿਹੜੇ ਸਾਡੇ ਹਿੰਦੁੱਤਵਾ ਦੇ ਲੋਕ ਹੈ, ਉਹਨਾਂ ਦੀ ਅਣਖ ਮਰ ਗਈ ਹੈ।
ਦਾਦੂਵਾਲ ਸਾਹਿਬ ਦੀ ਤੁਸੀਂ ਗੱਲ ਕੀਤੀ, ਦਾਦੂਵਾਲ ਸਾਹਿਬ ਤੁਹਾਡੇ ਨਾਲ ਉੱਤੇ ਜਾਣਗੇ ਕੋਈ ਮੋਰਚੇ 'ਚ? ਦਾਦੂਵਾਲ ਸਾਹਿਬ ਦੀ ਆਪਾਂ ਗੱਲ ਕੀਤੀ ਜਾਈਏ, ਦਾਦੂਵਾਲ ਸਾਹਿਬ ਤੁਹਾਡੇ ਨਾਲ ਮੋਰਚੇ 'ਚ ਹੋਣਗੇ ਜਾਂ ਬੀਜੇਪੀ ਨਾਲ ਵੀ ਦਾਦੂਵਾਲ ਸਾਹਿਬ ਦਾ ਹਰਿਆਣਾ ਵਿੱਚ ਤਾਲਮੇਲ ਦੱਸਿਆ ਜਾ ਰਿਹਾ? ਕੀ ਕਹਿੰਦੇ? ਅਸੀਂ ਬੁਲਾਇਆ ਤਾਂ ਹੈ ਨਹੀਂ ਜੀ ਕਿਸ ਨੂੰ, ਸਾਰਿਆਂ ਨੂੰ ਬੁਲਾਇਆ। ਤੁਸੀਂ ਵੀ ਆਇਓ ਕੱਲ, ਤੁਹਾਡਾ ਆਓ ਭਗਤ ਕਰਾਂਗੇ। ਤੇ ਦਾਦੂਵਾਲ ਸਾਹਿਬ ਦਾ ਹਰਿਆਣਾ 'ਚ ਸੀਟਾਂ ਤੇ ਚੋਣਾਂ ਲੜ ਰਹੇ ਹੋ ਤੇ ਕਿਸੇ ਪਾਰਟੀ ਨਾਲ ਹੋਰਾਂ ਕੋਲ ਐਸ ਹੋ ਸਕਦਾ ਤੁਹਾਡਾ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ? ਨਹੀਂ ਸਾਡਾ ਕਿਸੇ ਨਾਲ ਰਲਦਾ ਨਹੀਂ ਜੀ, ਕਿਉਂ ਕਰਕੇ ਇਹ ਕਿਸੇ ਮੁੱਦੇ ਦੇ ਉੱਤੇ ਜਿਹੜੇ ਲੋਕਾਂ ਨੂੰ ਤਕਲੀਫਾਂ ਹੈ ਉਸ ਮੁੱਦੇ 'ਤੇ ਪਾਰਟੀਆਂ ਆਈ ਨਹੀਂ ਰਹੀਆਂ। ਹੁਣ ਕੱਲ੍ਹ ਅਸੀਂ ਬਹੁਤ ਵੱਡਾ ਇਹ ਕਰ ਰਹੇ ਹਾਂ ਉੱਥੇ ਇਕੱਠ, ਤੇ ਕਿਸੇ ਪਾਰਟੀ ਜਥੇਬੰਦੀ ਨੇ ਬਿਆਨ ਨਹੀਂ ਦਿੱਤਾ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ, 2 ਸਿੱਖ ਸ਼ਹੀਦ ਕਰਤੇ ਹੈ, ਕੋਟਕਪੂਰੇ ਦੇ ਵਿੱਚ ਅੰਨੇ ਤੋਂ ਗੋਲੀ ਚੱਲੀ ਹੈ, ਇਹ ਕੋਈ ਗੱਲ ਹੀ ਨਹੀਂ ਕਰ ਰਿਹਾ। ਤਾਂ ਫਿਰ ਅਸੀਂ ਕਿਹਦੇ ਨਾਲ ਕਰੀਏ? ਅਸੀਂ ਲੋਕਾਂ ਦੇ ਨਾਲ ਸਮਝੌਤਾ ਕਰਦੇ ਹਾਂ, ਪਰ ਪਾਰਟੀਆਂ ਤਾਂ ਕੋਈ ਉਹਨਾਂ ਦੇ ਕੋਲੇ ਤਾਂ ਮੁੱਦਾ ਹੀ ਕੋਈ ਨਹੀਂ ਹੈਗਾ। ਤੁਸੀਂ ਦੱਸ ਦਿਓ ਜੇ ਪਾਰਲੀਮੈਂਟ ਤੁਹਾਡਾ ਵੋਟ ਆਉਂਦਾ, ਬੈਂਕ ਘਟਦਾ ਜਾ ਰਿਹਾ, ਤੁਹਾਡੇ ਨਾਲ ਲੋਕ ਕਿਉਂ ਨਹੀਂ ਜੁੜਦੇ ਪਏ? ਕਿਉਂ ਕਰਕੇ ਜਿਹੜੇ ਸਾਡੇ ਲੋਕ ਸੀਗੇ ਉਹ ਸਾਰੇ ਬੀਜੇਪੀ, RSS, ਕਾਂਗਰਸ, ਆਮ ਪਾਰਟੀ ਦੇ ਨਾਲ ਚਲੇ ਗਏ ਹੈ। ਜਿਹੜੇ ਸੰਤਾਂ ਨੂੰ ਕਹਿੰਦੇ ਸੀ, ਜਰਨੈਲ ਸਿੰਘ ਨੂੰ, ਕਿ ਤੇਰੇ ਨਾਲ ਮਰਾਂਗੇ, ਉਹਨਾਂ ਨੇ ਤਾਂ RSS ਦਾ ਜਿਹੜਾ ਪਹਿਲਾ ਪ੍ਰਧਾਨ ਸੀਗਾ, ਉਹਦਾ ਨਾਂ ਸੀਗਾ ਸੁਦਰਸ਼ਨ ਬਾਬੂ, ਉਹਨੂੰ ਤਾਂ ਦਮਦਮੀ ਟਕਸਾਲ ਦੇ ਵਿੱਚ ਸੱਦ ਕੇ ਉਹਦੇ ਨਾਲ ਗੱਲਬਾਤ ਕੀਤੀ ਹੈ ਨਾ। ਤੇ ਹੁਣ ਦਾਦੂਵਾਲ ਸਾਹਿਬ ਨੇ ਫੇਰ ਬੀਜੇਪੀ, RSS ਦੇ ਬੰਦੇ ਆਪਣੇ ਡੇਰੇ 'ਚ ਸੱਦ ਲਏ ਹੈ। ਜਿਹੜੇ ਕਹਿੰਦੇ ਸੀ ਅਸੀਂ ਤੇਰੇ ਨਾਲ ਮਰਾਂਗੇ, ਉਹ ਕਾਂਗਰਸ ਦੇ ਵਿੱਚ ਚਲੇ ਗਏ ਹੈ। ਹੁਣ ਹੌਲੀ ਹੌਲੀ ਅਸੀਂ ਉੱਤੇ ਉੱਠ ਰਹੇ ਹਾਂ ਤੇ ਸਾਡੀ ਵੋਟ ਜ਼ਿਆਦਾ ਬਣੂਗੀ। ਸਰ ਖਾਲਸਾ ਰਾਜ ਦੀ ਮੰਗ ਪੂਰੀ ਹੋ ਸਕਦੀ ਹੈ? ਕਿਉਂ ਨਹੀਂ ਹੋਊਗੀ? ਇਹ ਮੇਰਾ ਮਕਸਦ ਖਾਲਿਸਤਾਨ, ਜਦੋਂ ਸਾਡੇ ਗੁਰੂ ਸਾਹਿਬ ਨੇ ਕਿਹਾ ਨਾ ਸੀ ਹਿੰਦੂ ਹੈ ਨਾ ਮੁਸਲਮਾਨ ਹੈ, ਤੇ ਫਿਰ ਜਿਹੜੀ ਤੀਜੀ ਕੌਮ ਹੈ, ਅਸੀਂ 1947 ਦੇ ਵਿੱਚ ਆਪਣਾ ਲਹਿਦਾ ਮੁਲਕ ਮੰਗ ਰਹੇ ਸੀਗੇ। ਤੁਹਾਨੂੰ ਇਹ ਰਿਕਾਰਡ ਦੇ ਉੱਤੇ ਲੈ ਕੇ ਆਉਣਾ ਚਾਹੁੰਦਾ ਹੈ ਕਿ ਜਿਹੜਾ ਸੰਵਿਧਾਨ 1950 ਦਾ ਬਣਿਆ, ਉਹਦੀ ਜਿਹੜੀ ਕਮੇਟੀ ਬਣੀ ਸੀ ਬਣਾਉਣ ਦੇ ਲਈ, ਉਹਦੇ ਸਿੱਖਾਂ ਦੇ 2 ਨੁਮਾਇੰਦੇ ਸੀਗੇ, ਇੱਕ ਸਰਦਾਰ ਹੁਕਮ ਸਿੰਘ ਸੀ, ਇੱਕ ਭੁਪਿੰਦਰ ਸਿੰਘ ਮਾਨ ਸੀਗੇ, ਜਿਨ੍ਹਾਂ ਨੇ ਦੇਖਿਆ ਕਿ ਪਟੇਲ, ਨਹਿਰੂ ਤੇ ਗਾਂਧੀ ਨੇ ਜਿਹੜੇ ਸਾਡੇ ਨਾਲ ਸਿੱਖਾਂ ਨਾਲ ਵਾਅਦੇ ਕੀਤੇ ਹੈ, ਉਹ ਸੰਵਿਧਾਨ ਦੇ ਵਿੱਚ ਲਿਆਂਦੇ ਹੀ ਨਹੀਂ। ਸਗੋਂ ਸੰਵਿਧਾਨ ਦੀ 25 ਧਾਰਾ 'ਚ ਲਿਖਤਾ ਕਿ ਸਿੱਖ ਹਿੰਦੂ ਮਜ਼ਹਬ ਦਾ ਇੱਕ ਹਿੱਸਾ ਹੈਗੇ ਆ। ਉਹਨਾਂ ਨੇ ਤਾਂ ਦਸਤਖਤ ਹੀ ਨਹੀਂ ਕੀਤੇ ਹੈਗੇ ਸੰਵਿਧਾਨ 'ਤੇ। ਸੋ ਸਿੱਖ ਕਾਨੂੰਨ ਨੂੰ ਮੰਨਦੇ ਹੈ, ਪਰ ਜਦੋਂ ਸਾਡੇ ਫਾਊਂਡਿੰਗ ਫਾਦਰਸ ਜਿਹੜੇ ਕੰਸਟੀਟਿਊਂਟ ਅਸੈਂਬਲੀ ਦੇ ਵਿੱਚ ਸੰਵਿਧਾਨ ਨੂੰ ਲਿਖਣ ਗਏ ਸੀ, ਉਹਨਾਂ ਨੇ ਦਸਤਖਤ ਹੀ ਨਹੀਂ ਕੀਤੇ, ਤੇ ਫਿਰ ਅਸੀਂ ਕਿਵੇਂ ਮੰਨ ਸਕਦੇ ਹਾਂ? ਤੁਸੀਂ ਵੀ ਜੇ ਸਿੱਖ ਹੋ ਕਿਵੇਂ ਮੰਨ ਸਕਦੇ ਹੋ? ਮਾਨ ਸਾਹਿਬ ਜਿਹੜਾ ਪਿਛਲਾ ਜਿਹੜਾ ਹੋਇਆ ਇਹਦੇ ਬਾਰੇ ਕਿਹੜੇ ਬਾਰੇ ਜੀ? ਅਕਾਲੀ BSP ਦਾ ਜੋ ਹੋਇਆ, ਹੁਣ ਦੇਖੋ, ਬਾਬੂ ਕਾਂਸ਼ੀ ਰਾਮ ਜੀ ਨੂੰ ਜਦੋਂ ਪੁੱਛਿਆ ਪਾਰਲੀਮੈਂਟ ਦੇ ਵਿੱਚ ਕਿ ਜੀ ਤੁਸੀਂ ਪ੍ਰਧਾਨ ਹੋ BSP ਦੇ, ਤੁਹਾਡਾ ਮੈਨੀਫੈਸਟੋ ਕੀ ਹੈ? ਤੇ ਕਾਂਸ਼ੀ ਰਾਮ ਬਾਬੂ ਜੀ ਨੇ ਕਿਹਾ ਮੇਰਾ ਮੈਨੀਫੈਸਟੋ ਗੁਰੂ ਗ੍ਰੰਥ ਸਾਹਿਬ ਹੈ। ਤੇ BSP ਨੇ ਸਮਝੌਤਾ ਉਸ ਅਕਾਲੀ ਦਲ ਦੇ ਨਾਲ ਕੀਤਾ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਨਾਲੀਆਂ ਦੇ ਵਿੱਚ। ਸੋ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਸਮਝੌਤਾ ਠੀਕ ਹੈਗਾ? ਉਹਨਾਂ ਦਾ ਫਾਊਂਡਰ ਮੈਂਬਰ ਕਾਂਸ਼ੀ ਰਾਮ ਕਹਿੰਦੇ ਮੇਰਾ ਤਾਂ ਗੁਰੂ ਗ੍ਰੰਥ ਸਾਹਿਬ ਹੈ ਮੇਰਾ ਮੈਨੀਫੈਸਟੋ। ਇੱਧਰ ਬਾਦਲ ਹੋਣਾ ਨੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਈ ਹੈ। ਹੁਣ ਇਹਨਾਂ ਦੋਨਾਂ ਦਾ ਕਿਵੇਂ ਮੇਲ ਹੋਊਗਾ? ਇਹ ਤਾਂ ਮਮਤਾ ਬੀਬੀ ਜੀ ਤੇ BSP ਵਾਲੇ ਵੀ ਸਾਨੂੰ ਦੱਸਣ ਕਿ ਜਦੋਂ ਤੁਹਾਡੇ ਲੀਡਰ ਨੇ ਕਹਿਤਾ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਮੈਨੀਫੈਸਟੋ ਹੈ, ਤੇ ਤੁਸੀਂ ਸਮਝੌਤਾ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਇਹ ਤੁਸੀਂ ਲੋਕਾਂ ਕੋਲੇ ਜਾਓਗੇ ਕਿਵੇਂ? ਮਾਨ ਸਾਹਿਬ ਜਿਹੜਾ ਹੁਣ ਇਕੱਠ ਕੱਲ੍ਹ ਨੂੰ ਸੱਦਿਆ ਜਾ ਰਿਹਾ ਹੈ, ਕੀ ਦੁਬਾਰੇ ਮੋਰਚਾ ਲਾ ਰਹੇ ਹੋ ਤੁਸੀਂ? ਮੋਰਚਾ ਤਾਂ ਲੱਗਿਆ ਹੋਇਆ ਸਾਡਾ, ਅਸੀਂ ਰੋਜ਼
ਅੱਜ 36 ਦਿਨ ਹੋ ਗਏ, ਰੋਜ਼ 5 ਸਿੰਘ ਆ ਕੇ ਗ੍ਰਿਫਤਾਰੀਆਂ ਦਿੰਦੇ ਆ, ਬੀਬੀਆਂ ਵੀ ਆ ਕੇ ਦੇ ਰਹੀਆਂ, ਤੇ ਮੋਰਚਾ ਤਾਂ ਲੱਗਿਆ ਹੋਇਆ। ਹਾਂ ਦੁਬਾਰੇ ਬੈਠਣ ਦਾ ਵੀ ਤੁਹਾਡਾ ਹੈਗਾ ਪਲਾਨ? ਹਾਂਜੀ, ਦੁਬਾਰੇ ਬੈਠਣ ਦਾ ਪਲਾਨ ਵੀ ਹੈਗਾ ਜੀ ਬਰਗਾੜੀ 'ਚ? ਜਿਵੇਂ ਪਹਿਲਾਂ ਮੋਰਚਾ ਲੱਗਿਆ ਸੀ ਉਵੇਂ ਵੀ ਦੁਬਾਰੇ ਲਾਉਣ ਦਾ ਹੈਗਾ plan? ਨਹੀਂ ਸਾਡਾ ਮੋਰਚਾ ਜਿਵੇਂ 5 ਰੋਜ਼ ਗ੍ਰਿਫਤਾਰੀਆਂ ਦਿੰਦੇ ਆ ਉਸ ਤਰ੍ਹਾਂ ਹੀ ਲੱਗਿਆ ਰਹੂਗਾ। ਉਹਨਾਂ ਨੇ ਵਿਧਾਨ ਸਭਾ ਦੀ ਚੋਣਾਂ ਨੂੰ ਮੁੱਖ ਰੱਖ ਕੇ ਸਾਰੀਆਂ ਪਾਰਟੀਆਂ ਕੋਈ 300 ਯੂਨਿਟ, ਕੋਈ 200 ਯੂਨਿਟ, ਕੋਈ 400 ਯੂਨਿਟ ਬਿਜਲੀ ਫ੍ਰੀ ਦੇਣ ਦੀ ਗੱਲਾਂ ਕਰ ਰਹੇ। ਇਹਦੇ ਬਾਰੇ ਤੁਹਾਡੇ ਇਹ ਤਾਂ ਜੀ ਗੈਰ ਜ਼ਿੰਮੇਵਾਰ ਲੋਕ ਹੈਗੇ ਆ, ਕੋਈ ਇਹਨਾਂ ਨੂੰ ਮੰਨਦਾ ਨਹੀਂ। ਕਦੇ ਕਿਸੇ ਨੇ ਫ੍ਰੀ ਬਿਜਲੀ ਦਿੱਤੀ ਹੈ? ਮੇਰਾ ਮਤਲਬ ਬਿਜਲੀ ਜੇ ਫ੍ਰੀ ਹੋ ਗਈ ਤੇ ਜੇ ਮੈਂ ਇਹਨਾਂ ਦੀ ਕੰਪੀਟੀਸ਼ਨ 'ਚ ਆ ਗਿਆ ਤੇ ਮੈਂ ਫਿਰ ਕੀ ਕਹਿਣਾ ਪਊਗਾ ਮੈਨੂੰ ਫ੍ਰੀ ਬਿਜਲੀ ਤੋਂ ਹੋਰ ਵੀ ਫ੍ਰੀ ਦੇਣੀ ਪਊਗੀ। ਮੇਰਾ ਮਤਲਬ ਹੈ ਕਿ ਹੁਣ ਇੱਕ ਦੂਜੇ ਨਾਲ ਕਹੀ ਜਾਂਦੇ ਆ ਕਿ ਫ੍ਰੀ, ਫਿਰ ਅਸੀਂ ਕੀ ਕਹੀਏ ਕਿ ਅਸੀਂ ਤੁਹਾਡੇ ਨਾਲੋਂ ਵੀ ਇਹ ਫ੍ਰੀ ਦੇ ਦਾਂਗੇ? ਐਂ ਤਾਂ ਹੋ ਨਹੀਂ ਨਾ ਸਕਦਾ। ਸਰਕਾਰ ਕਿਵੇਂ ਚੱਲੂਗੀ? ਸਰ ਤੁਹਾਡਾ ਐਵੇਂ ਇਹ ਮੇਰਾ ਮਤਲਬ ਜਦੋਂ ਇਹਨਾਂ ਦਾ ਦਿਮਾਗ ਹੀ ਹੈ ਨਹੀਂ ਗਾ, ਕੋਈ ਇਹਨਾਂ ਦੇ ਕੋਲੇ ਏਜੰਡਾ ਹੀ ਨਹੀਂ ਹੈ, ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਹੀਂ ਹੋ ਸਕਦੀਆਂ ਉਹਦੇ ਪ੍ਰੋਮਿਸਿਸ ਕਰੀ ਜਾਂਦੇ ਆ। ਸਰ ਤੁਸੀਂ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਲੜ ਰਹੇ ਹੋ, ਹੂੰ ਸ਼ੁਰੂ ਕੀਤਾ ਪਹਿਲਾਂ ਵੀ ਆਪਾਂ ਮੋਰਚਾ ਲਾਇਆ, ਉਹਦੀ ਅਚੀਵਮੈਂਟ ਕੋਈ ਨਹੀਂ ਹੋਈ, ਉਹ ਮੋਰਚਾ ਉੱਠ ਖੜਿਆ। ਹੁਣ ਵੋਟਾਂ ਨੇੜੇ ਫੇਰ ਆਈਆਂ, ਹੁਣ ਤੁਸੀਂ ਦੁਬਾਰਾ ਉੱਤੇ ਫੇਰ ਮੋਰਚਾ ਲਾਇਆ, ਇਹਦੇ ਪਿੱਛੇ ਤੁਹਾਡਾ ਅਸਲ ਮਕਸਦ ਕੀ ਹੈ? ਮਕਸਦ ਇਹ ਹੈ ਕਿ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ, ਤੇ ਜਿਹੜਾ ਪਹਿਲਾ ਮੋਰਚਾ ਸੀ ਉੱਥੇ ਵਜ਼ੀਰਾਂ ਨੇ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਚੀਫ ਮਿਨਿਸਟਰ ਵੱਲੋਂ ਆਏ ਹੈ ਤੇ ਤੁਹਾਡੇ ਸਾਰੇ ਜਿਹੜੇ ਹੈਗੇ ਹੈ ਬੰਦੇ ਫੜੇ ਜਾਣਗੇ ਦੋਸ਼ੀ, ਤੇ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਹੈ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ। ਫਿਰ ਹੁਣ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੇ ਸੰਗਤ ਦੀ ਹਾਜ਼ਰੀ ਦੇ ਵਿੱਚ ਜੇ 4 MLA ਤੇ 2 ਵਜ਼ੀਰ ਕੈਬਨਿਟ ਤੇ ਵਿਸ਼ਵਾਸ ਦੇ ਦੇਣ ਤਾਂ ਇਹ ਮੋਰਚਾ ਸਾਨੂੰ ਚੱਕਣਾ ਪਿਆ ਸੀਗਾ। ਪਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਗੱਲ ਅੱਗੇ ਨਹੀਂ ਚੱਲਦੀ, ਫਿਰ ਮਜਬੂਰਨ ਸਾਨੂੰ ਹੁਣ ਮੋਰਚਾ ਲਾਉਣਾ ਪਿਆ ਹੈ ਕਿ ਅਸੀਂ ਦੁਨੀਆ ਨੂੰ ਦਿਖਾਈਏ ਕਿ ਇੰਡੀਆ ਦੇ ਵਿੱਚ ਸਿੱਖਾਂ ਦੇ ਲਈ ਰਿਲੀਜੀਅਸ ਫਰੀਡਮ, ਧਾਰਮਿਕ ਆਜ਼ਾਦੀ ਨਹੀਂ ਹੈ। ਕਿ ਸਰ ਤੁਹਾਨੂੰ ਨਹੀਂ ਲੱਗਦਾ ਵੀ ਇਸ ਮੌਕੇ ਤੇ ਇਸ ਮੁੱਦੇ ਨੂੰ ਚੋਣ ਸਟੰਡ ਵਜੋਂ ਵਰਤਿਆ ਜਾ ਰਿਹਾ? ਹਰ ਪਾਰਟੀ ਇਸੇ ਪਾਸੇ ਤੁਰੀ ਹੋਈ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਨਹੀਂ ਪਰ ਉਹ ਕਰਦੀ ਨਹੀਂ ਨਾ ਕੁਛ। ਅਸੀਂ ਤਾਂ ਕਰ ਰਹੇ ਹਾਂ ਸਾਹਿਬ, ਅਸੀਂ ਤਾਂ ਫਿਜ਼ੀਕਲੀ ਆਪਣੇ ਸਰੀਰ ਨਾਲ ਕਰ ਰਹੇ ਹਾਂ। ਉੱਥੇ ਅਸੀਂ ਰੋਜ਼ 5 ਗ੍ਰਿਫਤਾਰ ਹੁੰਦੇ, ਅਸੀਂ ਉੱਥੇ ਰਹਿੰਦੇ ਹਾਂ। ਮੇਰਾ ਘਰ ਵੀ ਬਰਗਾੜੀ 'ਚ ਹੈ, ਮੇਰਾ ਸਾਰਾ ਕੁਝ ਸ਼ਿਫਟ ਕਰ ਲਿਆ ਹੈ, ਅਸੀਂ ਰਹਿੰਦੀ ਬਰਗਾੜੀ 'ਚ ਹੈ। ਅਸੀਂ ਤਾਂ ਬਹੁਤ ਸੰਜੀਦਗੀ ਦੇ ਨਾਲ ਇਹ ਮੋਰਚਾ ਲਾਇਆ ਹੈ। ਤੇ ਸਟੰਟ ਜੇ 6 ਸਾਲ ਤੁਹਾਨੂੰ ਧਾਰਮਿਕ ਆਜ਼ਾਦੀ ਤੁਹਾਡੀ ਖਤਮ ਕੀਤੀ ਜਾਏ ਤੇ ਉਹਨੂੰ ਆਪਾਂ ਸਟੰਟ ਕਹਿ ਦਈਏ, ਇਹ ਤਾਂ ਫਿਰ ਮੈਂ ਸਮਝਦਾ ਕਿ ਸਾਡੇ ਧਰਮ ਦੇ ਨਾਲ ਮਖੌਲ ਦੀ ਗੱਲ ਹੋ ਰਹੀ ਹੈ, ਹੋਰ ਕੁਛ ਨਹੀਂ। ਸੰਜੀਦਗੀ ਦੇ ਨਾਲ ਲੱਗੇ ਹੈ। ਅੱਜ ਅਸੀਂ ਵੀ ਬਾਹਰ ਜਾਈਏ, ਚਰਚਾ ਹੈ ਕਿ ਪਿਛਲੀ ਵਾਰ ਮੋਰਚਾ ਵਿਕ ਗਿਆ ਸੀਗਾ। ਇਹ ਤਾਂ ਮਨ ਸਾਹਿਬ ਦੱਸ ਸਕਦੇ ਆ ਵਿਕਿਆ ਕਿ ਨਹੀਂ, ਮੈਂ ਤਾਂ ਨਹੀਂ ਦੱਸ ਸਕਦਾ ਹੈਗਾ। ਤੁਹਾਨੂੰ ਲੱਗਦਾ ਕਿ ਕਿਹਨੂੰ ਵਿਕਿਆ ਸੀਗਾ ਮੋਰਚਾ? ਕਿਹਨੂੰ ਵਿਕਿਆ ਸੀ? 86 ਲੀਡਰਾਂ ਨੇ ਵਿਕਿਆ ਹੁੰਦਾ ਨਾ ਕਿਹਨੂੰ? ਇਹ ਤਾਂ ਨਹੀਂ, ਤੁਸੀਂ ਰਿਸਪੌਂਸਿਬਲ ਜਰਨਲਿਸਟ ਹੋ, ਜੇ ਤੁਸੀਂ ਸਵਾਲ ਪੁੱਛਿਆ ਤੁਹਾਨੂੰ ਪਤਾ ਹੋਊਗਾ ਕਿ ਕਿਹਨੂੰ ਵੇਚਿਆ। ਫਿਰ ਮੈਂ ਜਵਾਬ ਨਾਲ ਬੈਠੇ ਨਹੀਂ, ਸੀ 86 ਲੀਡਰਾਂ ਨਾਲ ਤਾਲਮੇਲ ਰੱਖਣ ਲੱਗ ਪਏ ਨਾ ਕਿਹੜੇ ਸਿਆਸੀ ਕਿਹਨੂੰ? ਦਾਦੂਵਾਲ ਸਾਹਿਬ ਬੈਠੇ ਸੀ, ਉਹ ਵੀ ਬੀਜੇਪੀ ਨਾਲ ਤਾਲਮੇਲ ਕਰ ਲਿਆ। ਨਾ ਫਿਰ ਉਹਨਾਂ ਨੂੰ ਵੇਚਤਾ। ਨਹੀਂ ਸਰ, ਇਹਨਾਂ ਦਾ ਕਹਿਣ ਦਾ ਮਤਲਬ ਫੇਲੀਅਰ ਸੀ। ਹਾਂਜੀ, ਫੇਲੀਅਰ ਤੋਂ ਮਤਲਬ ਇਹਨਾਂ ਦਾ ਸ਼ਬਦ ਹੋਰ ਲੈ ਉਹ ਫੇਲ ਹੋ ਗਿਆ ਜੀ। ਫਿਰ ਕਿਉਂ ਕਰਕੇ ਉਹਨਾਂ ਤੇ ਵਿਸ਼ਵਾਸ ਕਰ ਲਿਆ ਸੀ ਵਜ਼ੀਰਾਂ ਦੇ ਉੱਤੇ, ਤੇ ਕਿਉਂ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਲੈਣ ਤੋਂ ਪਹਿਲਾਂ ਗੁਟਕਾ ਸਾਹਿਬ ਚੱਕ ਕੇ ਵਾਅਦਾ ਕੀਤਾ ਸੀਗਾ ਕਿ ਮੈਂ ਬਰਗਾੜੀ ਦੇ ਦੋਸ਼ੀਆਂ ਨੂੰ ਫੜੂੰਗਾ। ਅੱਜ 4.5 ਸਾਲ ਹੋ ਗਏ ਹੈ, ਉਹਨਾਂ ਦੀ ਟਰਮ ਖਤਮ ਹੋਣ 'ਤੇ ਆਈ ਹੈ, ਤੇ ਅਜੇ ਤਾਂ ਇੱਲ 'ਤੇ ਥਾਂ ਕੋਕੋ ਨਹੀਂ ਕੀਤਾ ਉਹਨਾਂ ਨੇ। ਲੱਖੇ ਸਦਾਨੇ ਨੇ ਦੋਸ਼ ਵੀ ਲਾਏ ਸੀ, ਦਾਦੂਵਾਲ ਸਾਹਿਬ ਤੇ ਲੱਖੇ ਸਦਾਨੇ ਨੇ ਦੋਸ਼ ਵੀ ਲਗਾਏ ਸੀ। ਕੀ ਲਾਈ ਸੀ? ਲੱਖੇ ਸਦਾਨੇ ਨੇ ਦੋਸ਼ ਲਗਾਏ ਸੀ ਕਿ ਕੀ? ਪੈਸਾ ਇਕੱਠਾ ਕਰ ਲਿਆ ਮੋਰਚੇ ਦੇ ਨਾਮ ਤੇ।
ਤੇ ਫਿਰ ਉਹਨਾਂ ਨੂੰ ਪੁੱਛ ਲਓ ਨਾ ਤੁਸੀਂ ਹੁਣ ਇਹ। ਮਾਨ ਸਾਹਿਬ ਐਤਕੀ ਜਿਵੇਂ ਹਰੇਕ ਪਾਰਟੀ ਨੂੰ ਪਿੰਡਾਂ ਦੇ ਵਿੱਚ ਘੇਰਿਆ ਜਾ ਰਿਹਾ ਹੈ, ਤਾਂ ਤੁਹਾਨੂੰ ਲੱਗਦਾ ਹੈ ਵੀ ਐਤਕੀ ਜਿਹੜੇ ਪੰਜਾਬ ਦੇ ਭਲੇ ਲਈ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਲੋਕ ਆਪ ਦਾ ਨੁਮਾਇੰਦਾ ਚੁਣਨਗੇ ਤੇ ਉਹਨਾਂ ਨੂੰ ਦੇਣਗੇ? ਹਾਂ, ਫਿਰ ਜੇ ਲੋਕ ਪਾਰਟੀਆਂ ਨੂੰ ਅੰਦਰ ਨਹੀਂ ਵੜਨ ਦਿੰਦੇ, ਸਾਡੇ ਉੱਤੇ ਤਾਂ ਕੋਈ ਪਾਬੰਦੀ ਨਹੀਂ, ਸਾਨੂੰ ਜਿੱਥੇ ਨਹੀਂ, ਮਰਜ਼ੀ ਮੈਂ ਲੈ। ਉਹੀ ਕਹਿ ਰਿਹਾ ਕਿ ਐਤਕੀ ਲੱਗਦਾ ਤੁਹਾਨੂੰ ਕਿ ਜਿਵੇਂ ਤੁਸੀਂ ਹੋ ਜਾਂ ਧਰਮਵੀਰ ਗਾਂਧੀ ਹੈ ਜਾਂ ਬੀਬੀ ਖਾਲੜਾ ਹੈ, ਉਹਨਾਂ ਨੂੰ ਐਤਕੀ ਲੋਕ ਪਸੰਦ ਕਰਨਗੇ ਤੇ ਐਤਕੀ ਉਹਨਾਂ ਨੂੰ ਲੈ ਕੇ ਆਉਣਗੇ? ਦੇਖੋ, ਤੁਸੀਂ ਇਹ ਜਰਨਲਿਸਟ ਹੋ, ਇਸ ਚੀਜ਼ ਦਾ ਤੁਸੀਂ ਜ਼ਿਆਦਾ ਕਹਿ ਸਕਦੇ ਹੋ, ਮੈਂ ਨਹੀਂ ਕਹਿ ਸਕਦਾ। ਸਰ ਤੁਹਾਡੀ ਪਾਰਟੀ ਕਿਸਾਨ ਸੰਘਰਸ਼ ਨੂੰ ਕਿੰਨਾ ਕੁ ਸਮਰਥਨ ਦੇ ਰਹੀ ਹੈ? ਅਸੀਂ ਤਾਂ ਪੂਰਾ ਦੇ ਰਹੇ ਹਾਂ ਜੀ। ਅਸੀਂ ਤਾਂ ਇਹ ਸਹਿਜ ਪਾਠ ਵੀ ਰੱਖਿਆ ਹੈ, ਤੇ ਜਿਹੜੇ 500 ਉੱਥੇ ਕਿਸਾਨ ਤੇ ਕਿਸਾਨ ਮਜ਼ਦੂਰਾਂ ਨੇ ਸਰੀਰ ਛੱਡਤਾ ਹੈ, ਉਹਨਾਂ ਦੀ ਅਰਦਾਸ ਵੀ ਕੀਤੀ ਹੈ। ਸਾਰਾ ਕੁਝ ਅਸੀਂ ਤਾਂ ਪੂਰਾ ਕਿਸਾਨ। ਤੁਸੀਂ ਉੱਥੇ ਗੇੜਾ ਮਾਰਿਆ? ਨਹੀਂ, ਉਹ ਕਹਿੰਦੇ ਅਸੀਂ ਸਿਆਸੀ ਬੰਦੇ ਨੂੰ ਨਹੀਂ ਆਉਣ ਦੇਣਾ, ਤਾਂ ਫਿਰ ਉੱਥੇ ਜਾ ਕੇ ਆਪਣੀ ਬੇਇੱਜ਼ਤੀ ਕਰਾਉਣੀ, ਮੈਂ ਸਮਝਦਾ ਮੈਂ ਇਸ ਦੇ ਲਾਇਕ ਮੇਰੇ ਨਹੀਂ। ਖਿਆਲ ਨਾਲ ਤੁਸੀਂ ਉਹਨਾਂ ਸਿਆਸੀ ਬੰਦੇ ਤੁਸੀਂ ਨਹੀਂ ਸਰ। ਹਾਂਜੀ, ਤੁਸੀਂ ਉਹਨਾਂ ਸਿਆਸੀ ਬੰਦਾ ਜੀ ਨਹੀਂ ਆਉਂਦੇ ਜਿਹਨਾਂ ਨੂੰ ਰੋਕਿਆ ਗਿਆ। ਨਾ, ਪਰ ਮੇਰਾ ਹੈਗਾ ਤਾਂ ਮੈਂ ਸਿਆਸੀ ਬੰਦਾ ਹੀ ਹੈ ਨਾ ਜੀ। ਫਿਰ ਐਵੇਂ ਰੋਕਤਾ, ਮੇਰੀ ਬੇਇੱਜ਼ਤੀ ਹੋ ਗਈ, ਤੇ ਫਿਰ ਮੈਂ ਕਹਿੰਦਾ ਕਿ ਇਹ ਚੰਗਾ ਨਹੀਂ ਕਰ ਰਹੇ, ਕੀ ਫਾਇਦਾ। ਮਾਨ ਸਾਹਿਬ ਕਿਸਾਨੀ ਅੰਦੋਲਨ ਦਾ ਜਿਹੜਾ ਉਹਨਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਕੀ ਅਸਰ ਹੈ? ਹਾਂਜੀ ਵਿਧਾਨ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਪੰਜਾਬ ਦੀਆਂ, ਹਾਂਜੀ, ਕਿਸਾਨੀ ਅੰਦੋਲਨ ਦਾ ਇਹਦਾ ਕੀ ਅਸਰ ਹੈ? ਕਾਫੀ ਹੋਊਗਾ ਜੀ। ਹੁਣ ਦੇਖੋ, ਉਹਨਾਂ ਨੇ ਕੁਰਬਾਨੀ ਤਾਂ ਕੀਤੀ ਹੈ, ਪਰ ਉਹਨਾਂ ਦੀ ਮੰਗ ਵੀ ਠੀਕ ਹੈ, ਕਿਉਂ ਕਰਕੇ ਕੌਨਸਟੀਟਿਊਸ਼ਨ ਦੇ ਵਿੱਚ 3 ਚੀਜ਼ਾਂ ਹੈਗੀਆਂ। ਇੱਕ ਤਾਂ ਸਟੇਟ ਸਬਜੈਕਟ ਹੈ, ਇੱਕ ਯੂਨੀਅਨ ਲਿਸਟ ਹੈ, ਇੱਕ ਵਿਚਾਰਲੀ ਲਿਸਟ